ਬਿਸਮਿਲ੍ਲਾ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੇ ਪੰਜਾਬੀ ਵੀਲੌਗ ਦਾ ਟਾਪਿਕ ਜਾਂ ਅੱਜ ਦੀ ਗੱਲ ਹੈ ਨਵਾਜ਼ ਸ਼ਰੀਫ ਤੇ ਆਈ ਲਵ ਯੂ ਟੂ। ਆਹੋ, ਇਹ ਆਈ ਲਵ ਯੂ ਤੇ ਹੁੰਦਾ ਹੈ, ਆਈ ਲਵ ਯੂ ਟੂ ਕੀ ਹੁੰਦਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹ ਗੱਲ ਸਮਝਾਈ ਹੈ ਨਵਾਜ਼ ਸ਼ਰੀਫ ਸਾਹਿਬ ਨੇ ਗੁਜਰਾਂਵਾਲੇ 'ਚ। ਗੁਜਰਾਂਵਾਲੇ 'ਚ ਨਹੀਂ, ਗੁਜਰਾਂਵਾਲੇ 'ਚ, ਕਿਉਂਕਿ ਅਸੀਂ ਪੰਜਾਬੀ 'ਚ ਉਹਨੂੰ ਗੁਜਰਾਂਵਾਲਾ ਆਖਦੇ ਹਾਂ। ਕੁਝ ਦਿਨ ਪਹਿਲੇ ਤੁਹਾਨੂੰ ਚੇਤਾ ਹੋਏਗਾ ਕਿ ਨਵਾਜ਼ ਸ਼ਰੀਫ ਸਾਹਿਬ ਗੁਜਰਾਂਵਾਲੇ ਗਏ ਸਨ ਅਤੇ ਉੱਥੇ ਉਹਨਾਂ ਬਨਾਰਸੀ ਰੰਗ ਦੀ ਪੱਗ ਬੰਨ੍ਹੀ ਸੀ। ਉੱਥੋਂ ਤੁਹਾਨੂੰ ਚੇਤਾ ਆ ਗਿਆ ਹੋਏਗਾ ਕਿ ਮੈਂ ਇੱਕ ਵੀਲਾਗ ਵੀ ਕੀਤਾ ਸੀ ਜਦੋਂ ਨਵਾਜ਼ ਸ਼ਰੀਫ ਸਾਹਿਬ ਫੈਸਲਾਬਾਦ ਗਏ ਸਨ, ਅਤੇ ਮੈਂ ਵੀਲਾਗ ਕੀਤਾ ਸੀ ਫੈਸਲਾਬਾਦ ਅਤੇ ਬਨਾਰਸੀ ਠੱਗ। ਜੇ ਤੁਸੀਂ ਨਹੀਂ ਵੇਖਿਆ ਤਾਂ ਉਹ ਵੀਲਾਗ ਜ਼ਰੂਰ ਵੇਖੋ, ਇਸੇ ਚੈਨਲ 'ਤੇ ਮੌਜੂਦ ਹੈ ਅਤੇ ਤੁਹਾਨੂੰ ਚੱਸ ਪੂਰੀ ਆਏਗੀ ਉਹ ਵੀਲਾਗ ਸੁਣ ਕੇ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਗੁਜਰਾਂਵਾਲੇ ਗਏ ਅਤੇ ਉੱਥੇ ਉਹਨਾਂ ਬਨਾਰਸੀ ਪੱਗ ਬੰਨ੍ਹੀ ਅਤੇ ਉੱਥੇ ਇੱਧਰ ਉੱਧਰ ਦੀਆਂ ਯਵਲੀਆਂ ਮਾਰਦੇ ਸਨ। ਆਵਾਮ ਅੱਗੋਂ ਸੁੱਤੀ ਸੀ ਬਿਰਿਆਨੀ ਖਾ ਕੇ, ਗੱਲ ਕੋਈ ਨਹੀਂ ਸੀ ਕਰਦੀ। ਪਰੇਸ਼ਾਨ ਹੋਏ ਤਾਂ ਉਹਨਾਂ ਫਿਰ ਆਖਿਆ ਵੀ ਗੁਜਰਾਂਵਾਲੇ ਵਾਲਿਆਂ ਨੂੰ ਅਤੇ ਚੌਧਰੀ ਨਿਜ਼ਾਮਦੀਨ ਨੂੰ ਇਹ ਦੱਸੋ ਵੀ ਮੈਂ ਵਜ਼ੀਰ ਆਜ਼ਮ ਮਟੀਰੀਅਲ ਹੈ, ਮੈਂ ਅੰਗਰੇਜ਼ੀ ਵੀ ਬੋਲ ਲੈਂਦਾ। ਉਹਨਾਂ ਨੂੰ ਫਿਰ ਅੰਗਰੇਜ਼ੀ ਦਾ ਕੋਈ ਜੁਮਲਾ ਤਾਂ ਸਮਝ ਨਾ ਆਇਆ ਅਤੇ ਉਹਨਾਂ ਨੇ ਗੁਜਰਾਂਵਾਲੇ ਵਾਲਿਆਂ ਨੂੰ ਪੁੱਛਿਆ ਕਿ ਡੂ ਯੂ ਲਵ ਮੀ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ? ਅਤੇ ਅੱਗੋਂ ਜ਼ਾਹਰੀ ਗੱਲ ਹੈ ਗੁਜਰਾਂਵਾਲੇ ਵਾਲਿਆਂ ਨੇ ਦੱਸਣਾ ਸੀ ਕਿ ਹਾਂਜੀ ਵੀ ਲਵ ਯੂ, ਕਿ ਹਾਂਜੀ ਸਾਨੂੰ ਤੁਹਾਡੇ ਨਾਲ ਪਿਆਰ ਹੈ, ਜਾਂ ਆਈ ਲਵ ਯੂ, ਹਾਂਜੀ ਮੈਨੂੰ ਤੁਹਾਡੇ ਨਾਲ ਪਿਆਰ ਹੈ। ਉਹ ਗੁਜਰਾਂਵਾਲੇ ਵਾਲੇ ਤਾਂ ਸੁੱਤੇ ਸਨ, ਘੂਕੀ ਚੜੀ ਸੀ ਉਹਨਾਂ ਨੇ ਤੇ ਬਿਰਿਆਨੀ ਦੀ, ਉਹਨਾਂ ਦੇ ਅੱਗੋਂ ਦਿੱਤੀ ਨਹੀਂ ਕੋਈ ਆਵਾਜ਼, ਉਹ ਤਾਂ ਰਹੇ ਚੁੱਪ। ਅਤੇ ਨਵਾਜ਼ ਸ਼ਰੀਫ ਸਾਹਿਬ ਨੂੰ ਖਜਾਲਤ ਹੋਈ, ਬਿਜ਼ਤੀ ਮਹਿਸੂਸ ਹੋਈ, ਅਤੇ ਉਹਨਾਂ ਫਿਰ ਆਖਿਆ ਅੱਛਾ ਇਹ ਤਾਂ ਜਵਾਬ ਨਹੀਂ ਦਿੰਦੇ। ਉਹਨਾਂ ਨੇ ਕਿਹਾ ਅੱਛਾ ਇਫ ਯੂ ਲਵ ਮੀ ਆਈ ਲਵ ਯੂ ਟੂ, ਮਤਲਬ ਅੱਗੋਂ ਕੋਈ ਆਈ ਲਵ ਯੂ ਆਖੇ ਨਾ ਆਖੇ, ਅਸੀਂ ਆਪੇ ਹੀ ਆਈ ਲਵ ਯੂ ਟੂ, ਕਿ ਜੇ ਤੂੰ ਵੀ ਮੇਰੇ ਨਾਲ ਪਿਆਰ ਕਰਦਾ ਤਾਂ ਫਿਰ ਮੈਂ ਵੀ ਤੇਰੇ ਨਾਲ ਪਿਆਰ ਕਰਦਾ ਹਾਂ। ਉਹ ਅੱਗੇ ਵਾਲੇ ਸਹੁਰੇ ਨੇ ਤਾਂ ਆਖਿਆ ਨਹੀਂ, ਨਵਾਜ਼ ਸ਼ਰੀਫ ਸਾਹਿਬ ਨੇ ਆਪੇ ਹੀ ਦੋਰ ਪਾਤੀ। ਇਹ ਦੋਰ ਕੀ ਹੁੰਦੀ ਹੈ ਉਹ ਕਿਸੇ ਜ਼ਿਮੀਂਦਾਰ ਨੂੰ ਪੁੱਛੋ ਵੀ ਪੈਲੀ ਦੇ ਵਿੱਚ ਦੋਰ ਕਿਵੇਂ ਪਾਈ ਦੀ ਹੈ। ਇੱਥੇ ਕਿਸ ਦਿਨ ਫੇਰ ਗੱਲ ਕਰਾਂਗੇ। ਬਹਰਹਾਲ ਇਸ ਗੱਲ ਤੋਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ। ਇੱਕ ਗੋਰੀ ਸਹਾਫੀ ਸੀ, ਨਾਂ ਸੀ ਉਹਦਾ ਕਿਮ ਬਾਰਕਰ। ਉਹ ਜਿਹੜੀ ਕਿਮ ਬਾਰਕਰ ਸੀ ਨਾ, ਉਹ ਪਾਕਿਸਤਾਨ ਦੇ ਵਿੱਚ ਆਈ ਇੱਕ ਖਬਰ ਦੀ ਤਲਾਸ਼। ਚੇਤਾ ਕਰੋ ਕਿ ਜਿਹੜਾ ਹਿੰਦੁਸਤਾਨ ਦਾ ਸ਼ਹਿਰ ਬੰਬਈ ਅਤੇ ਹੁਣ ਉਹਨੂੰ ਮੁੰਬਈ ਕਹਿੰਦੇ ਨੇ, ਉਸ ਸ਼ਹਿਰ ਦੇ ਵਿੱਚ ਤਾਜ ਹੋਟਲ 'ਤੇ ਦਹਿਸ਼ਤਗਰਦੀ ਹੋਈ ਸੀ ਅਤੇ ਉਹਨਾਂ ਇਲਜ਼ਾਮ ਲਾਇਆ ਸੀ ਵੀ ਇਹ ਪਾਕਿਸਤਾਨੀਆਂ ਨੇ ਕੀਤੀ ਹੈ। ਅਤੇ ਪੈਂਦੇ ਲੈਂਦਿਆਂ ਹੀ, ਉਸ ਵੇਲੇ ਨਵਾਜ਼ ਸ਼ਰੀਫ ਸਾਹਿਬ ਦੀ ਹਕੂਮਤ ਨਹੀਂ ਸੀ ਹੈਗੀ, ਅਤੇ ਪੈਂਦੇ ਲੈਂਦਿਆਂ ਹੀ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਸੀ ਆਹੋ ਅਸੀਂ ਕੀਤੀ ਹੈ, ਸਾਡੇ ਹੀ ਬੰਦਿਆਂ ਨੇ ਕੀਤੀ ਹੈ। ਉਹ ਭਾਵੇਂ ਸਹੀ ਕਹਿ ਰਹੇ ਸਨ ਕਿ ਗਲਤ ਕਹਿ ਰਹੇ ਸਨ, ਇਹ ਤਾਂ ਅਜੇ ਕਿਸੇ ਨੂੰ ਨਹੀਂ ਸੀ ਪਤਾ, ਅਤੇ ਅੱਜ ਵੀ ਨਹੀਂ ਸ਼ਾਇਦ ਕਿਸੇ ਨੂੰ ਪਤਾ, ਪਰ ਨਵਾਜ਼ ਸ਼ਰੀਫ ਸਾਹਿਬ ਪੈਂਦਿਆਂ ਲੈਂਦਿਆਂ ਕਹਿ ਦਿੱਤਾ ਵੀ ਆਹੋ ਜੀ ਅਸੀਂ ਕੀਤੀ ਸੀ। ਹੁਣ ਇਹ ਸਟੋਰੀ ਪੂਰੀ ਦੁਨੀਆ ਦੇ ਵਿੱਚ ਬੰਬ ਬਣ ਕੇ ਵੱਜੀ। ਕਿਮ ਬਾਰਕਰ ਇੱਕ ਸੁਨੱਖੀ ਜੀ ਗੋਰੀ ਸੀ, ਉੱਥੋਂ ਤੁਰੀ, ਉਹਨੇ ਆਖਿਆ ਖਬਰ ਦਾ ਤੇ ਖੋਜ ਲਾਵਾਂ, ਅਤੇ ਉਹ ਆ ਉਤਰੀ ਲਾਹੌਰ, ਅਤੇ ਲਾਹੌਰ ਉਤਰ ਕੇ ਉਹਦੇ ਜਿਹੜੇ ਇੱਥੋਂ ਵਾਲੇ ਸਹਾਫੀ, ਜਗਾਦਰੀ ਕਿਸਮ ਦੇ ਸਹਾਫੀ ਉਹਦੇ ਜਾਣਨ ਵਾਲੇ ਸੀ, ਉਹਨਾਂ ਨੂੰ ਉਹਨੇ ਆਖਿਆ ਵੀ ਨਵਾਜ਼ ਸ਼ਰੀਫ ਨਾਲ ਮੇਰੀ ਮੁਲਾਕਾਤ ਕਰਾਓ। ਉਹਨਾਂ ਨੇ ਕਿਹਾ ਇਹ ਤੇ ਲਾਓ, ਇਹ ਤਾਂ ਰੌਲਾ ਹੀ ਕੋਈ ਨਹੀਂ ਹੈ, ਤੁਹਾਨੂੰ ਨਵਾਜ਼ ਸ਼ਰੀਫ ਸਾਹਿਬ ਨੇ ਵੇਖ ਕੇ ਮੁਲਾਕਾਤ ਕੀ, ਉਹਨਾਂ ਤੁਹਾਨੂੰ ਗਾਣੇ ਸੁਣਾਉਣੇ ਸ਼ੁਰੂ ਕਰ ਦੇਣੇ ਨੇ। ਉਹਨਾਂ 'ਚੋਂ ਇੱਕ ਜਗਾਦਰੀ ਬੰਦੇ ਨੇ ਨਵਾਜ਼ ਸ਼ਰੀਫ ਸਾਹਿਬ ਕੋਲ ਟਾਈਮ ਲੈ ਕੇ ਦਿੱਤਾ, ਅਤੇ ਉਹ ਸਹਾਫੀ ਜਿਹੜੀ ਹੈ ਚਲੀ ਗਈ। ਸਹਾਫੀ ਕੋਈ ਵੀ ਹੋਵੇ ਉਹ ਕੋਸ਼ਿਸ਼ ਕਰਦਾ ਜਿਹੜਾ ਗੋਰਾ ਸਹਾਫੀ ਹੋਵੇ ਨਾ, ਨਾਲ ਕੋਈ ਟਰਾਂਸਲੇਟਰ ਰੱਖੇ, ਤਾਂ ਕਿ ਕੱਲ੍ਹ ਨੂੰ ਅਗਰ ਮੈਂ ਖਬਰ ਦਿਆਂ ਅਤੇ ਉਹ ਕੋਈ ਆਖੇ ਕਿ ਨਹੀਂ ਮੈਂ ਇਹ ਗੱਲ ਨਹੀਂ ਸੀ ਕੀਤੀ ਅਤੇ ਮੈਂ ਇਹ ਗੱਲ ਕੀਤੀ ਸੀ, ਤਾਂ ਉਹ ਕਮ ਅਜ਼ ਕਮ ਇੱਕ ਗਵਾਹ ਹੋਵੇ, ਕਿਉਂਕਿ ਜ਼ਬਾਨ ਦੂਸਰੀ ਹੁੰਦੀ ਹੈ ਨਾ, ਅਤੇ ਉਹਦੇ ਵਿੱਚ ਕੋਈ ਮਾਮਲਾ ਨਾ ਬਣੇ। ਉਹ ਆਪਣਾ ਟਰਾਂਸਲੇਟਰ ਲੈ ਗਈ ਉਰਦੂ ਦਾ ਨਾਲ ਕਿਸੇ ਮੁੰਡੇ ਨੂੰ। ਜਿਸ ਵੇਲੇ ਅੰਦਰ ਬੈਠੇ ਮੀਆਂ ਸਾਹਿਬ ਨੇ ਜਿਵੇਂ ਕਸਾਈ ਲੇਲੇ ਨੂੰ ਜਾਂ ਬੱਕਰੀ ਨੂੰ ਥੱਲਿਓਂ ਉੱਤੋਂ ਤੱਕ ਵੇਖਦਾ ਹੈ ਨਾ, ਚੰਗੀ ਤਰ੍ਹਾਂ ਹਿਸਾਬ ਲਾਉਂਦਾ ਹੈ, ਉਵੇਂ ਹੀ ਸਾਡੇ ਮੀਆਂ ਸਾਹਿਬ ਆਈ ਲਵ ਯੂ ਟੂ ਨੇ ਕਿਮ ਬਾਰਕਰ ਨੂੰ ਚੰਗੀ ਤਰ੍ਹਾਂ ਵੇਖਿਆ। ਵੇਖਣ ਤੋਂ ਬਾਅਦ ਉਹਨੇ ਆਖਿਆ ਵੀ ਇਹ ਗੱਲ ਕਿਉਂਕਿ ਸਾਡੀ ਬੜੀ ਖਾਸ ਹੋਣੀ ਹੈ, ਅਤੇ ਇਹ ਮੁੰਡਾ ਬਾਹਰ ਕੱਢ, ਇਹ ਮੁੰਡਾ ਜਿਹੜਾ ਬਾਹਰ ਕੱਢ, ਤੈਨੂੰ ਤਾਦੀ ਖਬਰ ਦਿਆਂਗਾ ਦਹਿਸ਼ਤਗਰਦੀ ਕਿੰਨੇ ਕੀਤੀ ਹੈ। ਖੈਰ ਉਹਨੇ ਮੁੰਡਾ ਬਾਹਰ ਘੱਲ ਦਿੱਤਾ ਗੋਰੀ ਨੇ। ਇਹ ਗੋਰੀ ਦੱਸਣ ਡਈ ਹੈ, ਹੁਣ ਉਹ ਤੁਹਾਡਾ ਟਾਈਮਜ਼ ਆਇਆ ਹੋਣਾ, ਇਹ ਨਾਲ ਤੁਹਾਨੂੰ ਅਸੀਂ ਵੀਡੀਓ ਵੀ ਵਰਨਾ ਉਹਦੀ ਦਿਖਾ ਸਕਦੇ ਹਾਂ। ਇਹ ਮੈਂ ਕੋਈ ਆਪਣੇ ਕੋਲੋਂ ਗੱਲ ਨਹੀਂ ਬਣਾ ਰਿਹਾ, ਗੋਰੀ ਨੇ TV 'ਤੇ ਆ ਕੇ ਦੱਸ ਛੜੀ ਹੈ ਸਾਰੀ ਗੱਲ। ਉਹ ਆਂਦੀ ਹੈ ਕਿ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਾ, ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਪੈਂਦਿਆਂ ਲੈਂਦਿਆਂ ਮੈਨੂੰ ਪੁੱਛਿਆ ਕਿ ਤੇਰਾ ਵਿਆਹ ਹੋਇਆ ਕੁੜੀਏ? ਅਤੇ ਉਹਨੇ ਕਿਹਾ ਕਿ ਨਹੀਂ ਮੇਰਾ ਵਿਆਹ ਨਹੀਂ ਹੋਇਆ। ਉਹਨੇ ਕਿਹਾ ਫਿਰ ਤੇਰਾ ਤਾਂ ਵਿਆਹ ਕਰਾਉਣਾ ਚਾਹੀਦਾ, ਤੂੰ ਐਡੀ ਸੋਹਣੀ ਹੈ, ਸੁਨੱਖੀ ਹੈ, ਅਤੇ ਤੂੰ ਇਕੱਲੀ ਕਿਉਂ ਫਿਰਦੀ ਹੈ ਕੁੜੀਏ? ਤੇਰਾ ਤਾਂ ਕੋਈ ਨਾ ਕੋਈ ਹਾਣੀ ਹੋਣਾ ਚਾਹੀਦਾ, ਤੇਰਾ ਕੋਈ ਹਾਣੀ ਲੱਭ ਕੇ ਦਿੰਨੇ ਤੈਨੂੰ ਜਿਹਦੇ ਨਾਲ ਤੂੰ ਫਿਰਨ ਤੁਰੇ ਸੋਹਣੀ ਲੱਗੇ, ਇਹ ਤੂੰ ਇਕੱਲੀ ਕਿਉਂ ਫਿਰਨ ਡਈ ਹੈ? ਉਹ ਖੈਰ ਗੱਲ ਆਈ ਗਈ ਹੋ ਗਈ, ਉਹਨੇ ਆਪਣੀ ਗੱਲ ਪੁੱਛੀ, ਮੀਆਂ ਸਾਹਿਬ ਕੋਲ ਗੱਲ ਦੱਸੀ, ਜਿਹੜੀ ਖਬਰ ਸੀ ਉਹ ਚਲੀ ਗਈ। ਫਿਰ ਉਹਦੀ ਦੂਸਰੀ ਵਾਰੀ ਮੁਲਾਕਾਤ ਹੋਈ ਨਵਾਜ਼ ਸ਼ਰੀਫ ਸਾਹਿਬ ਨਾਲ। ਫਿਰ ਇਹ ਸਾਰੀ ਗੱਲ ਖਬਰ ਦੇ ਪਿੱਛੋਂ ਹੀ ਕਿਸੇ ਆਈ। ਉਹ ਜਿਸ ਵੇਲੇ ਆਈ ਅਤੇ ਮੀਆਂ ਸਾਹਿਬ ਨੇ ਫਿਰ ਉਹਨੂੰ ਆਖਿਆ ਵੀ ਜਿਹੜਾ ਬੰਦਾ ਇਹਨੂੰ ਤਾਂ ਬਾਹਰ ਕੱਢਣਾ, ਫਿਰ ਕੱਢਿਆ।
ਇਸ ਵਾਰੀ ਮੀਆਂ ਸਾਹਿਬ ਨੇ ਉਹਨੂੰ ਕਿਹਾ ਕਿ ਵੇਖ ਗੱਲ ਸੁਣ, ਮੈਂ ਪਿਛਲੀ ਵਾਰੀ ਤੈਨੂੰ ਮਿਲਿਆ ਸਾਂ, ਜਦੋਂ ਪਿਛਲੀ ਵਾਰ ਉਹ ਮਿਲ ਕੇ ਗਈ ਨਾ ਤੇ ਉਹ ਬੜੀ ਪਰੇਸ਼ਾਨ ਸੀ ਕਿ ਮੇਰੇ ਵਿਆਹ ਦਾ ਕਿਉਂ ਪੁੱਛਣ ਡਿਆ ਸੀ। ਇੱਥੇ ਅਸੀਂ ਤੇ ਪੁੱਛ ਪੱਛ ਲੈਂਦੇ, ਗੋਰੇ ਇਸ ਗੱਲ ਦਾ ਗੁੱਸਾ ਕਰਦੇ ਨੇ ਤੇ ਪੂਰੀ ਗੱਲ ਪੁੱਛਣੀ ਹੁੰਦੀ ਹੈ ਨਾ। ਕੋਈ ਬੰਦਾ ਟੱਕਰੇ ਵੀ ਹਾਂ ਬਈ ਸੁਣਾ ਵਿਆਹ ਕਦੋਂ ਹੋਇਆ, ਉਹਨੇ ਆਖਿਆ ਜੀ ਸਾਲ ਪਹਿਲਾਂ ਹੋਇਆ ਜਾਂ 2 ਸਾਲ ਪਹਿਲਾਂ, ਤੇ ਪਹਿਲਾਂ ਤੇ ਪੈਂਦੀਆਂ ਲੈਂਦੀਆਂ ਹੀ ਜ਼ਨਾਨੀਆਂ ਉਸ ਨੌਂ ਕੋਲੋਂ ਪੁੱਛਦੀਆਂ ਹੈ ਅਜੇ ਤੱਕ ਕੋਈ ਧੀ ਪੁੱਤ ਨਹੀਂ ਹੋਇਆ। ਜੇ ਉਹ ਵਿਚਾਰੀ ਕਵੇ ਵੀ ਨਹੀਂ ਹੋਇਆ ਤੇ ਅਗਲਾ ਸਵਾਲ ਕਿਉਂ ਨਹੀਂ ਹੋਇਆ ਪੁੱਤ, ਸਾਰਾ ਕੁਝ ਠੀਕ ਹੈ, ਕੋਈ ਦਵਾਈ ਲੈਣ ਦੀ ਲੋੜ ਹੈ, ਕੋਈ ਮੁੰਡੇ ਨੂੰ ਦਵਾਈ ਲੈਣ ਦੀ ਲੋੜ ਹੈ ਜਾਂ ਧੀਏ ਤੈਨੂੰ ਦਵਾਈ ਲੈਣ ਦੀ ਲੋੜ ਹੈ। ਉਹ ਕੰਮ ਗਾਂਹ ਤੁਰ ਪੈਂਦਾ। ਤੇ ਜੇ 3-4 ਸਾਲ ਟੱਪ ਜਾਣ ਤੇ ਫਿਰ ਕੰਮ ਦਵਾਈ ਤੋਂ ਲੰਘ ਜਾਂਦਾ ਹੈ ਤੇ ਮੁੰਡੇ ਨੂੰ ਚਾਚੀਆਂ ਮਾਸੀਆਂ ਤੇ ਮਾਵਾਂ ਕਹਿਣੀਆਂ ਸ਼ੁਰੂ ਹੋ ਜਾਂਦੀਆਂ ਵੀ ਪੁੱਤਰ ਕੋਈ ਹੋਰ ਸਾਕ ਵੇਖੀਏ ਤੇਰਾ। ਮਤਲਬ ਇੱਥੇ ਤੇ ਧੱਕੇ ਨਾਲ ਜਵਾਕ ਜੰਮਣਾ ਪੈਂਦਾ ਜਨਾਨੀਆਂ ਨੂੰ, ਜੇ ਵਿਚਾਰੀਆਂ ਨਾ ਜੰਮਣ ਤੇ ਪ੍ਰੈਸ਼ਰ ਹੁੰਦਾ ਕਿ ਵੀ ਵਿਆਹ ਵੀ ਟੁੱਟ ਜਾਣਾ। ਸਾਡੇ ਤੇ ਕੰਮ ਗਾਂਹ ਤੱਕ ਹੈ ਨਾ, ਪੂਰੀ ਧੁਰ ਤੱਕ ਗੱਲ ਪੁੱਛਦੇ ਨੇ ਵੀ ਤੁਸੀਂ ਕੀ ਕੀਤਾ, ਕਿਵੇਂ ਕੀਤਾ, ਕਿੰਨਾ ਕੀਤਾ ਤੇ ਕਿਉਂ ਕੀਤਾ ਤੇ ਕਿਉਂ ਨਹੀਂ ਕੀਤਾ। ਅਸੀਂ ਤਾਂ ਰੁਕਣਾ ਹੀ ਨਹੀਂ ਹੁੰਦਾ ਨਾ, ਸਾਰੇ ਹੀ ਸਵਾਲ ਪੁੱਛਣੇ ਹੁੰਦੇ ਨੇ। ਗੋਰੇ ਇੰਜ ਦੇ ਸਵਾਲ ਨਾ ਪੁੱਛਦੇ ਨੇ ਨਾ ਦੱਸਦੇ ਨੇ ਤੇ ਇਹਨਾਂ ਗੱਲਾਂ ਨੂੰ ਭੈੜਾ ਸਮਝਦੇ ਨੇ, ਜ਼ਾਤੀ ਜ਼ਿੰਦਗੀ ਸਮਝਦੇ ਨੇ ਇਹਨਾਂ ਨੂੰ। ਖੈਰ ਉਹਨੂੰ ਬੜਾ ਮਾਯੂਬ ਲੱਗਾ। ਉਹਨੇ ਜਾ ਕੇ ਜਿਹੜੇ ਸਾਫੀਆਂ ਨੇ ਟਾਈਮ ਲੈ ਕੇ ਦਿੱਤਾ ਸੀ ਉਹਨਾਂ ਨੂੰ ਆਖਿਆ ਕਿ ਮੀਆਂ ਸਾਹਿਬ ਨੇ ਮੇਰੇ ਕੋਲੋਂ ਸਵਾਲ ਪੁੱਛੇ ਨੇ ਤੇ ਕੀ ਇਹ ਠਰਕੀ ਹੈ ਬਾਬਾ ਜਾਂ ਕੀ ਰੌਲਾ ਹੈ, ਇਹਨੇ ਕਿਉਂ ਸਵਾਲ ਪੁੱਛੇ ਨੇ। ਉਹ ਜਿਹੜਾ ਬੰਦਾ ਸੀ ਨਾ ਅੱਗੋਂ ਜਾਂ ਬੰਦੀ ਸੀ, ਉਹਨੇ ਆਖਿਆ ਨਹੀਂ ਨਹੀਂ ਕੋਈ ਨਹੀਂ ਘਬਰਾਉਣ ਦੀ ਲੋੜ ਹੈ। ਜਿਹੜੇ ਚਾਚੇ ਹੁੰਦੇ ਨੇ ਨਾ, ਸਾਡੇ ਅੰਕਲ ਹੁੰਦੇ ਨੇ ਚਾਚੇ, ਇੱਥੋਂ ਦੇ ਚਾਚੇ ਜਾਂ ਮਾਮੇ ਜਾਂ ਫੁੱਫੇ, ਇਹ ਜਿਹੜੇ ਦੇਸੀ ਚਾਚੇ ਨੇ ਨਾ ਇਹੋ ਜਿਹੀਆਂ ਗੱਲਾਂ ਕਰਦੇ ਨੇ ਕੁੜੀਆਂ ਨਾਲ। ਇਹ ਕੁੜੀਆਂ ਦੇ ਰਿਸ਼ਤੇ ਫਿੱਟ ਕਰਾਉਂਦੇ ਨੇ, ਮੈਚ ਮੇਕਰ ਕਰਾਉਂਦੇ ਨੇ। And so at this last conversation, he basically asked my translator to leave. I didn't even need a translator, but I sort of felt like I wanted somebody in the room. Yeah. And he said, you know, he basically offered me the iPhone. I said no. And then he said, I know I'm not as tall as you want. I'm not as fit as you want. I'm fat and I'm old, but I'd still like to be your friend. ਅੱਛਾ, ਉਹ ਖੈਰ ਉਹਨੇ ਆਈ ਗਈ ਗੱਲ ਕਰ ਦਿੱਤੀ। ਹੁਣ ਵਾਪਸ ਉਹਨੇ ਜਿਹੜਾ ਮੈਂ ਦੱਸਿਆ ਵੀ ਉਹ ਦੂਜੀ ਵਾਰੀ ਕਮਰੇ 'ਚ ਬੈਠੀ ਤੇ ਮੀਆਂ ਸਾਹਿਬ ਨੇ ਉਹਨੂੰ ਆਖਿਆ ਵੀ ਇਹ ਬੰਦਾ ਬਾਹਰ ਕੱਢ, ਉਹਨੇ ਫਿਰ ਕੱਢ ਦਿੱਤਾ। ਉਹਨੂੰ ਮੀਆਂ ਸਾਹਿਬ ਨੇ ਆਖਿਆ ਦੋਰੇ ਮੈਂ ਨਹੀਂ ਕਹਿ ਰਿਹਾ, ਮੈਂ ਆਪਣੇ ਕੋਲੋਂ ਨਹੀਂ ਬਣਾ ਰਿਹਾ, ਇਹ ਉਹ ਆਖ ਰਹੀ ਹੈ, ਤੁਹਾਨੂੰ ਵਿਖਾ ਵੀ ਰਹੇ ਥੱਲੇ ਵੀਲੌਗ ਦੇ ਥੱਲੇ ਉਹਦੇ ਇੰਟਰਵਿਊ ਦਾ ਮੈਂ ਲਿੰਕ ਵੀ ਛੱਡ ਰਿਹਾ ਤਾਂ ਕਿ ਤੁਸੀਂ ਪੂਰਾ ਉਹਦਾ ਇੰਟਰਵਿਊ ਵੇਖੋ, ਸੁਣੋ ਤੇ ਸਮਝੋ ਕੀ ਆਖਣ ਡਈ ਹੈ। ਉਹ ਦੱਸਣ ਡਈ ਹੈ ਆਪਣੀ ਸਟੋਰੀ ਕਿ ਜਦੋਂ ਮੀਆਂ ਸਾਹਿਬ ਨੇ ਬਾਹਰ ਕੱਢ ਦਿੱਤਾ ਉਹਨੂੰ, ਮੁੰਡੇ ਨੂੰ, ਤੇ ਉਹਨਾਂ ਨੇ ਉਹਨੂੰ ਆਖਿਆ ਵੀ ਵੇਖ ਗੱਲ ਸੁਣ, ਮੈਂ ਨਾ ਤੇ ਤੇਰੇ ਵਰਗਾ ਸੋਹਣਾ ਹੈ, ਨਾ ਸੁਨੱਖਾ ਹੈ, ਨਾ ਮੈਂ ਤੇਰੇ ਤਰ੍ਹਾਂ ਉੱਚਾ ਲੰਮਾ ਹੈ, ਮੇਰਾ ਕੱਦ ਵੀ ਜ਼ਰਾ ਛੋਟਾ ਹੈ, ਮੈਂ ਥੋੜ੍ਹਾ ਮੋਟਾ ਵੀ ਹੈਗਾ, ਲੇਕਿਨ ਮੇਰਾ ਦਿਲ ਬੜਾ ਜਵਾਨ ਹੈ ਤੇ ਬੜਾ ਸੋਹਣਾ ਹੈ ਤੇ ਮੈਨੂੰ ਤੂੰ ਬੜੀ ਸੋਹਣੀ ਲੱਗਦੀ ਹੈ ਤੇ ਮੈਂ ਤੈਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ। ਇਹਦੇ ਵਾਸਤੇ ਡੱਬ 'ਚੋਂ ਮੀਆਂ ਸਾਹਿਬ ਨੇ ਕੱਢਿਆ, ਡੱਬ 'ਚੋਂ ਇੰਜ ਕਰਕੇ, ਡੱਬ 'ਚੋਂ ਕੱਢ ਕੇ ਮੀਆਂ ਸਾਹਿਬ ਨੇ ਉਹਨੂੰ ਜਿਵੇਂ ਕਿਹਾ ਸੀ ਨਾ ਹਜ਼ੂਰ ਇਹ ਹੈ ਉਹ ਜ਼ਰਾਏ, ਬਿਲਕੁਲ ਇੰਜ ਮੀਆਂ ਸਾਹਿਬ, ਚੇਤਾ ਕਰੋ ਮੀਆਂ ਸਾਹਿਬ ਅੰਗੂਠਾ ਤੇ ਉਂਗਲ ਇੰਜ ਕਰਕੇ ਹੀ ਮਾਮਲਾ ਪਾਉਂਦੇ ਨੇ ਜਦੋਂ ਪਾਉਂਦੇ ਨੇ। ਉਹਨਾਂ ਨੇ ਮੀਆਂ ਸਾਹਿਬ ਨੇ ਕਿਹਾ ਕਿ ਹਜ਼ੂਰ ਇਹ ਹੈ ਉਹ ਜ਼ਰਾਏ। ਉਹਨਾਂ ਕਿਹਾ ਕਿ ਇਹ ਮੈਂ ਤੇਰੇ ਵਾਸਤੇ ਆਈਫੋਨ ਲਿਆ ਜਿਹੜਾ ਮੈਂ ਤੈਨੂੰ ਤੋਹਫਾ ਦੇਣਾ ਚਾਹੁੰਦਾ। ਤੈਨੂੰ ਪਤਾ ਹੈ ਨਾ ਕਿ ਮੇਰੇ ਫੋਨਾਂ ਨੂੰ ISI ਟੇਪ ਕਰਦੀ ਹੈ ਅਤੇ ਇਹ ਫੋਨ ਤੂੰ ਆਪਣੇ ਕੋਲ ਰੱਖ ਲੈ ਅਤੇ ਫਿਰ ਲੁਕ ਛੁਪ ਕੇ ਗੱਪਾਂ ਛੱਪਾਂ ਲਾਇਆ ਕਰਾਂਗੇ, ਗੱਲਾਂ ਬਾਤਾਂ ਕਰਿਆ ਕਰਾਂਗੇ ਅਤੇ ਮੈਂ ਤੇਰੇ ਕਾਬਲ ਤਾਂ ਨਹੀਂ ਹੈ ਲੇਕਿਨ ਚਲੋ ਕੋਈ I love you too ਹੋ ਹੀ ਜਾਊ। ਅਤੇ ਮੀਆਂ ਸਾਹਿਬ ਨੇ ਉਹਦੇ ਕੋਲੋਂ ਇਹ ਗੁਜ਼ਾਰਿਸ਼ ਕੀਤੀ। ਅੱਛਾ, ਉਹਨੇ ਅੱਗੋਂ ਸਾਰੀ ਗੱਲ ਹੈ ਵਿਚਾਰੀ ਜੋ ਵੀ ਉਹਦੇ ਦਿਲ 'ਤੇ ਬੀਤੀ ਹੋਏਗੀ, ਉਹਨੇ ਗੁਜ਼ਾਰਿਸ਼ ਕੀਤੀ ਕਿ ਨਹੀਂ ਮਿਹਰਬਾਨੀ ਮੈਨੂੰ ਇਹ ਨਹੀਂ ਚਾਹੀਦਾ ਅਤੇ ਉਹਨੇ ਮਾਫੀ ਮਿੰਨਤ ਕਰਕੇ ਅਤੇ ਉਹ ਵਾਪਸ ਕੀਤਾ ਅਤੇ ਉੱਥੋਂ ਉੱਠ ਕੇ ਗਈ ਅਤੇ ਦੋਹਰੇ ਕਦੇ ਮੀਆਂ ਸਾਹਿਬ ਦੇ ਨਾ ਉਹ ਕਾਬੂ ਆਈ ਅਤੇ ਨਾ ਉਹਨੇ ਮੂੰਹ ਇੱਧਰ ਨੂੰ ਕੀਤਾ। ਉੱਥੋਂ ਮੈਨੂੰ ਇਹ ਸਾਰੀ ਗੱਲ ਚੇਤੇ ਆਈ, ਇਹ ਮੈਨੂੰ ਕਿਮ ਬਾਰਕਰ ਦਾ ਇੰਟਰਵਿਊ ਚੇਤਾ ਆਇਆ ਕਿ ਮੀਆਂ ਸਾਹਿਬ ਨੂੰ ਕੋਈ I love you ਕਵੇ ਜਾਂ ਨਾ ਕਵੇ। ਮੀਆਂ ਸਾਹਿਬ ਪੂਰੇ ਉਸਤਾਦ ਨੇ, ਸੱਜਣ ਨੇ ਸਾਡੇ, ਉਹ ਧੱਕੇ ਨਾਲ ਆਪੇ ਹੀ I love you too ਕਰ ਜਾਂਦੇ ਨੇ। ਮਤਲਬ ਤੁਸੀਂ ਅੱਗੋਂ I love you ਕਹੋ ਜਾਂ ਨਾ ਕਹੋ, ਉਹ ਅੱਗੋਂ ਆਪੇ ਹੀ I love you too ਕਰ ਦਿੰਦੇ ਨੇ। ਦੂਸਰੀ ਜਿਹੜੀ ਗੱਲ ਹੈ ਉਹ ਫੈਸਲਾਬਾਦ ਵਾਲਿਆਂ ਦੀ ਮੈਨੂੰ ਚੇਤੇ ਆਈ ਹੈ। ਫੈਸਲਾਬਾਦ ਵਾਲਿਆਂ ਕੋਲੋਂ ਮੀਆਂ ਸਾਹਿਬ ਨੇ ਵੋਟ ਮੰਗੇ ਸਨ ਔਰ ਫੈਸਲਾਬਾਦ ਵਾਲਿਆਂ ਨੂੰ ਮੀਆਂ ਸਾਹਿਬ ਨੇ ਆਖਿਆ ਸੀ ਵੀ ਦੇਖੋ ਤੁਹਾਡੇ ਖੱਬਿਓਂ ਵੀ ਮੋਟਰਵੇ ਲੰਘਣ ਡਈ ਹੈ, ਸੱਜਿਓਂ ਵੀ ਲੰਘਣ ਡਈ ਹੈ, ਹੁਣ ਮੇਰਾ ਦਿਲ ਹੈ ਵੀ ਇੱਕ ਤੁਹਾਡੇ ਉੱਤੋਂ ਲੰਘਾਵਾਂ ਅਤੇ ਇੱਕ ਤੁਹਾਡੇ ਥੱਲਿਓਂ ਲੰਘਾਵਾਂ। ਅੱਛਾ, ਇੱਥੋਂ ਤੱਕ ਵੀ ਫੈਸਲਾਬਾਦ ਵਾਲਿਆਂ ਨੇ ਕਾਰਡ ਕੱਢ ਜਾਣੀ ਸੀ। ਫੈਸਲਾਬਾਦ ਵਾਲੇ ਮਾੜੇ ਬੰਦੇ ਨਹੀਂ, ਯਾਰ ਸੱਜਣ ਦਾ, ਆਏ ਗਏ ਦਾ, ਪ੍ਰਾਹੁਣੇ ਦਾ ਹਿਆ ਕਰਦੇ ਨੇ, ਮਾੜੇ ਨਹੀਂ ਲੈਲਪੁਰੀ ਏਡੇ। ਲੇਕਿਨ ਮੀਆਂ ਸਾਹਿਬ ਇੱਕ ਜਾਂਦਿਆਂ ਨਵੀਂ ਕਾਰਵਾਈ ਪਾ ਗਏ। ਉਹਨਾਂ ਆਖਿਆ ਮੇਰਾ ਦਿਲ ਤੁਹਾਡੇ ਵਿੱਚੋਂ ਦੀ ਵੀ ਇੱਕ ਮੋਟਰਵੇ ਕੱਢ ਦਿਆਂ। ਬੰਦੇ ਇਕੱਠੇ ਹੋ ਕੇ ਬਹਿ ਗਏ ਸਾਰੇ ਕਿ ਹੁਣ ਮੀਆਂ ਸਾਹਿਬ ਸਾਡੇ ਵਿੱਚੋਂ ਵੀ ਮੋਟਰਵੇ ਕੱਢਣਗੇ। ਮੋਟਰਵੇ ਹੁੰਦੀ ਵੀ ਲੰਮੀ ਚੌੜੀ ਹੈ, ਤੁਹਾਨੂੰ ਪਤਾ ਬੰਦੇ ਦੇ ਵਿੱਚੋਂ ਕੱਢੀ ਹੋਵੇ ਬੰਦੇ ਦੇ ਤੇ ਪਾੜੇ ਮੇਲ ਦੇਗੀ ਇੱਕ ਵਾਰ।
ਉਹ ਬੰਦੇ ਘਬਰਾ ਗਏ ਭਾਈ ਜੀ, ਫੈਸਲਾਬਾਦ ਜਿਹਨਾਂ ਵੋਟ ਦੇਣੇ ਸਨ ਉਹਨਾਂ ਵੀ ਨਹੀਂ ਦਿੱਤੇ ਤੇ ਸੀਟ ਲੱਭੀ ਕੋਈ ਨਹੀਂ, ਤਾਂ ਵਾਈਟ ਵਾਸ਼ ਹੋ ਗਿਆ ਫੈਸਲਾਬਾਦ ਪੂਰਾ ਹੀ, ਤੇ ਉੱਥੋਂ ਪੱਲੇ ਮੀਆਂ ਸਾਹਿਬ ਦੇ ਕੋਈ ਸ਼ੈ ਨਾ ਪਈ। ਹੁਣ ਮੀਆਂ ਸਾਹਿਬ ਨੂੰ ਇੰਨਾ ਗੁੱਸਾ ਚੜਿਆ, ਰੋਜ਼ ਉਹ ਜਾਤੀ ਉਮਰਾ ਲੜਾਈ ਕਰਦੇ ਨੇ ਤੇ ਉਹ ਚੈਚੇ ਟਿੱਡੇ ਨੂੰ ਆਖਦੇ ਨੇ, ਸ਼ਬਾਜ਼ ਸ਼ਰੀਫ ਸਾਹਿਬ ਨੂੰ। ਇਹ ਵੀ ਤੁਹਾਨੂੰ ਗੱਲ ਦੱਸਦੇ ਹਾਂ ਤੁਰੇ ਤੁਰੇ ਜਾਂਦੇ ਹਾਂ ਵੀ ਇਹ ਗੱਲ ਮਾੜੀ ਹੈ, ਮੈਂ ਉਹਨਾਂ ਨੂੰ ਟਿੱਡਾ ਆਖਾਂ, ਇਹ ਚੰਗੀ ਗੱਲ ਨਹੀਂ। ਮੇਰੇ ਬਜ਼ੁਰਗ ਨੇ, ਵੱਡੇ ਨੇ। ਹੋਇਆ ਕੁਝ ਇਹ ਕਿ ਚੰਦ ਦਿਨ ਪਹਿਲਾਂ ਉਹ ਮੇਰਾ ਜ਼ਿਕਰ ਕਰ ਰਹੇ ਸਨ ਤੇ ਉੱਥੇ ਉਹਨਾਂ ਕਿਹਾ ਵੀ ਉਹ ਜਿਹੜਾ ਮੁੰਡਾ ਨਹੀਂ ਮੋਟਾ ਜਿਹਾ ਸ਼ਬਾਜ਼ ਗਿੱਲ, ਤੇ ਉਹ ਮੇਰਾ ਜ਼ਿਕਰ ਕਰਦਿਆਂ ਉਹਨਾਂ ਮੋਟਾ ਜਿਹਾ ਕਿਹਾ, ਕਿਉਂਕਿ ਹੁਣ ਮੇਰੇ ਚਾਚੇ ਨੇ ਮੇਰੇ ਨਾਲ ਆਪ ਫਰੈਂਕਨੈਸ ਖੋਲ੍ਹ ਲਈ ਹੈ। ਤੁਹਾਨੂੰ ਪਤਾ ਮੈਨੂੰ ਉਹਨੇ ਮੋਟਾ ਆਖ ਲਿਆ, ਤੇ ਹੁਣ ਚਾਚੇ ਭਤੀਜੇ ਦਾ ਫਿਰ ਤੁਹਾਨੂੰ ਪਤਾ ਮਜ਼ਾਕ ਚੱਲ ਪਿਆ ਹੈ, ਤੇ ਮੈਂ ਵੀ ਹੁਣ ਚਾਚੇ ਨੂੰ ਜਿਹੜਾ ਚਾਚਾ ਟਿੱਡਾ ਆਖਿਆ ਕਰਾਂਗਾ ਅੱਜ ਤੋਂ। ਤੇ ਉਹ ਚਾਚੇ ਟਿੱਡੇ ਨੂੰ ਹੁਣ ਨਵਾਜ਼ ਸ਼ਰੀਫ ਸਾਹਿਬ ਰੋਜ਼ ਆਖਦੇ ਨੇ ਵੀ ਫੈਸਲਾਬਾਦੀਆਂ ਨੇ ਚੰਗੀ ਨਹੀਂ ਕੀਤੀ। ਹੁਣ ਉਹਨਾਂ ਦੀ ਮੋਟਰਵੇ ਦੇ ਵਿੱਚੋਂ ਜਿਹੜੀ ਨਾ ਫੂਕ ਕੱਢਦੇ, ਜਿਵੇਂ ਟਾਇਰ ਦੇ ਵਿੱਚੋਂ ਟਿਊਬ 'ਚੋਂ ਫੂਕ ਕੱਢਦੀ ਹੈ, ਥੱਲੇ ਚਲੇ ਜਾਂਦੀ ਹੈ ਨਾ, ਤੇ ਉਹ ਹੁਣ ਨਵਾਜ਼ ਸ਼ਰੀਫ ਸਾਹਿਬ ਕਹਿ ਰਹੇ ਨੇ ਵੀ ਜਿਹੜੀ ਸੱਜਿਓਂ ਤੇ ਖੱਬਿਓਂ ਮੋਟਰਵੇ ਜਾ ਰਹੀ ਨਾ, ਉਹ 'ਚੋਂ ਫੂਕ ਕੱਢ ਦੇ ਤਾਂ ਕਿ ਫੈਸਲਾਬਾਦ ਵਾਲੇ ਉਹਦੇ 'ਤੇ ਸਫ਼ਰ ਨਾ ਕਰ ਸਕਣ। ਬਹਰਹਾਲ ਜੀ, ਇਹ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਆਈ ਲਵ ਯੂ ਟੂ ਫੈਸਲਾਬਾਦ ਵਾਲਿਆਂ ਵੀ ਕਰ ਦਿੱਤਾ ਹੈ, ਤੇ ਲਾਹੌਰ ਦੇ ਵਿੱਚ ਵੀ ਆਈ ਲਵ ਯੂ ਟੂ ਹੋ ਗਿਆ। ਜਾਂਦਿਆਂ ਜਾਂਦਿਆਂ ਇਹ ਵੀ ਗੱਲ ਦੱਸਦੇ ਹਾਂ, ਸੀਟਾਂ ਤੇ ਚਲੋ ਜਿਹੜੀਆਂ ਹਾਰਨੀਆਂ ਸਨ ਹਾਰ ਹੀ ਗਏ ਨੇ, ਲੇਕਿਨ ਰੌਲਾ ਇਹ ਪਿਆ ਹੈ ਕਿ ਨਵਾਜ਼ ਸ਼ਰੀਫ ਸਾਹਿਬ ਜਾਤੀ ਉਮਰਾ ਵਾਲਾ ਵੀ ਪੋਲਿੰਗ ਸਟੇਸ਼ਨ ਹਾਰ ਗਏ ਨੇ, ਤੇ ਮਾਡਲ ਟਾਊਨ ਵਾਲਾ ਪੋਲਿੰਗ ਸਟੇਸ਼ਨ ਵੀ ਹਾਰ ਗਏ ਨੇ। ਤੇ ਉੱਤੋਂ ਗਲਤੀ ਇਹ ਹੋ ਗਈ ਹੈ ਕਿ ਦੋਵੇਂ ਪੋਲਿੰਗ ਸਟੇਸ਼ਨ ਹਾਰਨ ਤੋਂ ਬਾਅਦ ਜਿਸ ਭੈੜੇ ਨੇ ਉਹ ਫਾਰਮ 47 ਬਣਾ ਕੇ ਦਿੱਤਾ ਨਾ ਅੰਮਾ ਯਾਸਮੀਨ ਰਾਸ਼ਦ ਨੂੰ ਹਰਾਉਣ ਵਾਸਤੇ NA 130 ਦੇ ਉੱਤੋਂ, ਉਹਦੇ ਵਿੱਚ ਉਹਨੇ ਜ਼ਰਬ ਤਕਸੀਮ ਵੀ ਇਹੋ ਜਿਹੀ ਕੀਤੀ ਹੈ, ਬੱਸ ਕੰਡਕਟਰ ਨੂੰ ਬਹੁਤੀ ਜ਼ਰਬ ਤਕਸੀਮ ਆਉਂਦੀ ਜਿਹੋ ਜਿਹਾ ਫਾਰਮ ਬਣਾਉਣ ਵਾਲਾ ਸੀ, ਉਹਨੇ ਸਿਫਰੋ ਸਿਫਰੀ ਕਰ ਦਿੱਤੀ ਹਰ ਸ਼ੈ। ਮੀਨ ਪੀਪਲਜ਼ ਪਾਰਟੀ ਨੂੰ ਵੀ 0 ਵੋਟ, ਜਮਾਤ ਇਸਲਾਮੀ ਨੂੰ ਪੂਰੇ ਹਲਕੇ 'ਚ 0 ਵੋਟ, ਜਿੱਥੇ 2-3 ਲੱਖ ਵੋਟ ਪਿਆ ਉੱਥੇ ਉਹ ਬਾਈ ਮੈਨੂੰ ਇਹ ਗੱਲ ਦੱਸੋ, ਪੀਪਲਜ਼ ਪਾਰਟੀ ਦੇ ਕੈਂਡੀਡੇਟ ਨੇ ਆਪਣੇ ਆਪ ਨੂੰ ਤਾਂ ਵੋਟ ਪਾਇਆ ਹੀ ਹੋਏਗਾ ਨਾ, ਜੇ ਹੋਰ ਕਿਸੇ ਨਹੀਂ ਪਾਇਆ ਹੋਏਗਾ। ਜਮਾਤ ਇਸਲਾਮੀ ਵਾਲੇ ਨੇ ਆਪਣੇ ਆਪ ਨੂੰ ਤਾਂ ਪਾਇਆ ਹੀ ਹੋਏਗਾ ਨਾ ਇੱਕ। ਉਹ ਦੋਵਾਂ ਜਮਾਤਾਂ ਦੇ, ਬਲਕਿ 3-4 ਜਮਾਤਾਂ ਦੇ 0 ਵੋਟ, ਕਿਉਂਕਿ ਉਹਨੇ ਪ੍ਰਿੰਟਰ 'ਚੋਂ ਕੱਢਿਆ, ਨਤੀਜਾ ਕਿਹੜਾ ਕਿਤੋਂ ਲਿਖ ਪੜ੍ਹ ਕੇ ਕੱਢਿਆ, ਤੇ ਮੀਆਂ ਸਾਹਿਬ ਦਾ ਬੇੜਾ ਗਰਕ ਕਰਤਾ, ਪੱਠਾ ਗੋਲ ਕਰ ਦਿੱਤਾ ਉੱਥੋਂ। ਤੇ ਹੁਣ ਜ਼ਰਦਾਰੀ ਸਾਹਿਬ ਮੀਆਂ ਸਾਹਿਬ ਨੂੰ ਮਾਰਦੇ ਫਿਰਦੇ ਨੇ ਤਾਨੇ, ਤੇ ਮੀਆਂ ਸਾਹਿਬ ਪੁੱਛਦੇ ਫਿਰਦੇ ਨੇ ਕਿ ਡੂ ਯੂ ਲਵ ਮੀ। ਅੱਗੋਂ ਜਵਾਬ ਆਉਂਦਾ ਕੋਈ ਨਹੀਂ, ਤੇ ਮੀਆਂ ਸਾਹਿਬ ਫਿਰ ਘਰ 'ਚ ਇਕੱਲੇ ਹੀ ਫਿਰਦੇ ਨੇ, ਕਹਿੰਦੇ ਆਈ ਲਵ ਯੂ ਟੂ, ਆਈ ਲਵ ਯੂ ਟੂ। ਤੇ ਇਹਦੇ ਨਾਲ ਹੀ ਆਈ ਲਵ ਯੂ ਟੂ, ਮੈਨੂੰ ਹੁਣ ਇਜਾਜ਼ਤ ਦਿਓ, ਰੱਬ ਰਾਖਾ।